हाँ जी दोस्तों, स्वागत है तुहाडा सारिਆਂ ਦਾ स्टडी हाइटस ਦੇ ਵਿੱਚ। इस क्लास ਦੇ ਵਿੱਚ ਅੱਜ ਅਸੀਂ ਨੇ ਸੀਟੈਟ ਦੀ ਪੰਜਾਬੀ ਨਾਲ ਰਿਲੇਟਡ ਕੁਝ MCQ ਲਏ ਨੇ ਜੋ ਪਿਛਲੇ ਪੇਪਰਾਂ ਦੇ ਵਿੱਚ ਪੁੱਛੇ ਜਾ ਚੁੱਕੇ ਨੇ। ਤਾਂ ਇਹਨਾਂ MCQ ਨੂੰ ਅੱਜ ਅਸੀਂ ਵਧੀਆ ਤਰੀਕੇ ਨਾਲ ਡਿਸਕਸ ਕਰਾਂਗੇ। ਤਾਂ ਦੇਖੋ ਜੀ, ਫਸਟ ਕੁਐਸਚਨ ਤੁਹਾਡੇ ਸਾਹਮਣੇ ਹੈ। ਕੁਐਸਚਨ ਥੋੜੇ ਜਿਹੇ ਲੰਮੇ ਨੇ ਪਰ ਈਜ਼ੀ ਹੋਣਗੇ। ਇਹਨਾਂ ਦੇ ਆਨਸਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਈਜ਼ੀ ਹੋਣਗੇ। ਤਾਂ ਦੇਖੋ ਜੀ, ਜਿਵੇਂ ਕਿ ਇੱਥੇ ਗੱਲ ਆਉਂਦੀ ਹੈ ਆਪਣੇ ਕੋਲ ਫਸਟ ਕੁਐਸਚਨ, ਇੱਕ ਸਿਖਿਆਰਥੀ ਸੀਮਤ ਸੂਝ-ਬੂਝ ਨਾਲ ਇੱਕ ਪਾਠ ਨੂੰ ਪੜ੍ਹਨ ਦੇ ਯੋਗ ਹੁੰਦਾ ਹੈ। ਉਹ ਪਾਠ ਨੂੰ ਚੰਗੀ ਤਰ੍ਹਾਂ ਪੜ੍ਹਨ ਦੇ ਯੋਗ ਬਣਦਾ ਹੈ ਤੇ ਆਪਣੇ ਵੱਡੇ ਭਰਾ ਦੀ ਸਹਾਇਤਾ ਨਾਲ ਵਿਆਪਕ ਟਾਸਕਾਂ ਨੂੰ ਕਰਦਾ ਹੈ। ਮਤਲਬ ਕਿ ਪਾਠ ਪੜ੍ਹਨ ਦੇ ਵਿੱਚ ਯੋਗ ਬਣਦਾ ਹੈ ਤੇ ਆਪਣੇ ਭਰਾ ਦੀ ਸਹਾਇਤਾ ਲੈ ਰਿਹਾ ਹੈ, ਠੀਕ ਹੈ, ਤਾਂ ਕਿ ਉਹ ਵਿਆਪਕ ਟਾਸਕਾਂ ਨੂੰ ਕਰ ਸਕੇ। ਵੀ ਜਿਹੜੇ ਕੰਮਾਂ ਨੂੰ ਨਹੀਂ ਕਰ ਸਕਦਾ ਸੀ ਉਹਨਾਂ ਨੂੰ ਵੱਡੇ ਪੱਧਰ ਤੇ ਮਤਲਬ ਕਰਨ ਦੀ ਉਹ ਕੋਸ਼ਿਸ਼ ਕਰਦਾ ਹੈ ਆਪਣੇ ਭਰਾ ਦੀ ਸਹਾਇਤਾ ਦੇ ਨਾਲ। ਅਧਿਐਨ ਅਧਿਆਪਨ ਦੀ ਪ੍ਰਕਿਰਿਆ, ਇਸ ਪ੍ਰਕਿਰਿਆ ਨੂੰ ਅਸੀਂ ਕੀ ਕਹਾਂਗੇ? ਤਾਂ ਦੇਖੋ ਜੀ, ਜੇਕਰ ਇਸ ਦੇ ਵਿੱਚ ਆਪਾਂ ਚਾਰੇ ਆਪਸ਼ਨ ਦੇਖਦੇ ਹਾਂ, ਕੋਚਿੰਗ, ਟਿਊਟਰਿੰਗ, ਸਕੈਫੋਲਡਿੰਗ ਜਾਂ ਫਿਰ ਇਨਪੁਟ ਹਾਈਪੋਥੈਸਿਸ, ਇਹਦੇ ਵਿੱਚ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ, ਸੀਟੈਟ ਦੇ ਮਤਲਬ ਪੰਜਾਬੀ ਦੀ ਖਾਸੀਅਤ ਪਤਾ ਕੀ ਹੈ? ਇਸ ਦੇ ਵਿੱਚ ਉਹ ਇੰਗਲਿਸ਼ ਵਰਜ਼ਨ ਨੂੰ ਡਾਇਰੈਕਟ ਗੁਰਮੁਖੀ ਦੇ ਵਿੱਚ ਲਿਖ ਦੇਣਗੇ। ਉਹ ਉਸ ਦਾ ਪੰਜਾਬੀ ਮੀਨਿੰਗ ਨਹੀਂ ਲਿਖਦੇ। ਜਸਟ ਜਿਵੇਂ ਕੋਚਿੰਗ ਹੈ, ਇਹਨੂੰ ਕੋਚਿੰਗ ਨੂੰ ਇੰਗਲਿਸ਼ ਦੇ ਸ਼ਬਦ ਨੂੰ ਇਦਾਂ ਹੀ ਪੇਸਟ ਕਰਤਾ ਜਸਟ ਗੁਰਮੁਖੀ ਦੇ ਵਿੱਚ ਟ੍ਰਾਂਸਲੇਟ ਕਰਕੇ, ਠੀਕ ਹੈ। ਤਾਂ ਪਲੀਜ਼ ਉੱਥੇ ਸਮਝਣ ਦੀ ਕੋਸ਼ਿਸ਼ ਕਰਿਓ। ਤਾਂ ਸਕੈਫੋਲਡਿੰਗ ਸਿੰਪਲ ਜਿਹਾ ਹੈ, ਇਸ ਦੇ ਵਿੱਚ ਸਾਡਾ ਆਨਸਰ ਹੋ ਜਾਏਗਾ। ਜਦ ਆਪਾਂ ਗੱਲ ਕਰਨੀ ਆ ਵਿਗੋਤਸਕੀ ਦੇ ਜੋ ਰੂਲ ਹੈ, ਥਿਊਰੀ ਹੈ, ਤਾਂ ਉਸ ਥਿਊਰੀ ਦੇ ਅਕੋਰਡਿੰਗ ਆਪਾਂ ਇੱਕ ਸਕੈਫੋਲਡਿੰਗ ਟਰਮ ਨੂੰ ਪੜ੍ਹਦੇ ਹਾਂ। ਸਕੈਫੋਲਡਿੰਗ ਕੀ ਹੈ? ਇੱਕ ਟੈਂਪਰੇਰੀ ਸਹਾਇਤਾ ਦੇਣਾ, ਉਹ ਕੰਮ ਕਰਨ ਦੇ ਲਈ ਸਹਾਇਤਾ ਦੇਣਾ ਵਿਦਿਆਰਥੀ ਨੂੰ ਜਿਹੜਾ ਉਹ ਖੁਦ ਨਹੀਂ ਕਰ ਸਕਦਾ। ਕਿਸੇ ਵੱਡੇ ਦੀ, ਵੱਡਾ ਮਤਲਬ ਤਜਰਬੇ 'ਚ ਵੱਡਾ, MKO ਯਾਨੀ ਕਿ ਮੋਰ ਨੌਲੇਜੇਬਲ ਅਦਰ ਦੀ ਸਹਾਇਤਾ ਦੇ ਨਾਲ ਉਹ ਕਿਸੇ ਟਾਸਕ ਨੂੰ ਕਰ ਪਾ ਰਿਹਾ ਹੈ, ਤਾਂ ਉਹ ਕੀ ਹੈ? ਸਕੈਫੋਲਡਿੰਗ ਹੈ। ਥਰਡ ਆਪਸ਼ਨ ਸਾਡਾ ਇਸ ਵਿੱਚ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਜੀ। ਭਾਸ਼ਾ ਦਾ ਇੱਕ ਅਧਿਆਪਕ ਆਪਣੀ ਸਮਾਜਿਕ ਵਿਗਿਆਨ ਦੇ ਸਾਥੀ ਨਾਲ ਮਿਲ ਕੇ ਭਾਰਤ ਦੀ ਸੱਭਿਆਚਾਰਕ ਵੰਨ-ਸੁਵੰਨਤਾ ਬਾਰੇ ਇੱਕ ਅਸਾਈਨਮੈਂਟ ਦਿੰਦਾ ਹੈ। ਸਿਖਿਆਰਥੀਆਂ ਨੂੰ ਇੱਕ ਰਿਪੋਰਟ ਲਿਖਣ ਅਤੇ ਥੀਮ ਉੱਪਰ ਇੱਕ ਪੋਸਟਰ ਤਿਆਰ ਕਰਨ ਲਈ ਸਮਾਜ ਵਿਗਿਆਨ ਦੀਆਂ ਪੁਸਤਕਾਂ ਅਤੇ ਹੋਰ ਪੁਸਤਕਾਂ ਜਿਵੇਂ ਇਤਿਹਾਸ, ਭੂਗੋਲ, ਸੱਭਿਆਚਾਰ ਅਤੇ ਸਿਆਸਤ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਵਿਚਾਰਨਾ ਪੈਂਦਾ ਹੈ। ਭਾਸ਼ਾ ਸਿਖਲਾਈ ਦੀ ਇਸ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਮਤਲਬ ਮੈਂ ਇਹਨੂੰ ਕੁਐਸਚਨ ਇਦਾਂ ਸਮਝਦਾ ਵੀ ਇੱਕ ਅਧਿਆਪਕ ਜੋ ਭਾਸ਼ਾ ਦਾ ਅਧਿਆਪਕ ਸੀ, ਫੋਰ ਐਗਜ਼ਾਮਪਲ ਪੰਜਾਬੀ, ਹਿੰਦੀ, ਇੰਗਲਿਸ਼ ਪੜ੍ਹਾ ਰਿਹਾ ਸੀ, ਉਹ ਪੜ੍ਹਾਉਂਦੇ ਨਾਲ ਉਸਨੇ ਦੂਸਰੇ ਸਬਜੈਕਟ ਦੀ ਸਹਾਇਤਾ ਲੈ ਲਈ। ਭੂਗੋਲ ਦੇ ਵਿੱਚੋਂ, ਇਤਿਹਾਸ ਦੇ ਵਿੱਚੋਂ, ਸੱਭਿਆਚਾਰਕ ਵਾਲਾ ਕੋਈ ਟੌਪਿਕ ਹੈ, ਸਿਆਸਤ ਦਾ ਕੋਈ ਟੌਪਿਕ ਹੈ, ਤਾਂ ਉਹਨਾਂ 'ਚੋਂ ਕੋਈ ਸਹਾਇਤਾ ਲੈ ਲਈ, ਉਹਨਾਂ ਨੂੰ ਵਿਚਾਰਿਆ, ਹੋਰ ਦਸਤਾਵੇਜ਼ਾਂ ਨੂੰ ਵਿਚਾਰਿਆ। ਤਾਂ ਇਹ ਕੀ ਹੋਏਗਾ? ਸਮਾਜ ਵਿਗਿਆਨ ਵਿੱਚ ਭਾਸ਼ਾ, ਜਾਂ ਫਿਰ ਸਮਾਜ ਵਿਗਿਆਨ ਦੀ ਅਸਾਈਨਮੈਂਟ, ਜਾਂ ਫਿਰ ਪਾਠਕ੍ਰਮ ਤੋਂ ਪਾਰ ਦੀ ਭਾਸ਼ਾ, ਜਾਂ ਫਿਰ ਭਾਸ਼ਾ ਲਿਖਣ ਨੂੰ ਵਿਕਸਿਤ ਕਰਨਾ। ਤੇ ਇੱਕ ਹੀ ਕੁਐਸਚਨ ਪੜ੍ਹ ਕੇ ਮੈਨੂੰ ਹੋਰ ਫੀਲ ਹੋ ਰਿਹਾ ਹੈ ਵੀ ਇਹ ਕੁਐਸਚਨ ਆਪਾਂ ਪਹਿਲਾਂ ਕਿਸੇ ਹੋਰ ਈਅਰ ਦੇ ਕੁਐਸਚਨ ਪੇਪਰ 'ਚ ਵੀ ਡਿਸਕਸ ਕਰ ਚੁੱਕੇ ਹਾਂ। ਇਦਾਂ ਦੀ ਕੁਐਸਚਨ, ਇਟ ਮੀਨਸ ਇਹ ਰਿਪੀਟਡ ਹੈ, ਠੀਕ ਹੈ। ਤਾਂ ਇਸ ਦੇ ਵਿੱਚ ਕੀ ਹੋਏਗਾ? ਪਾਠਕ੍ਰਮ ਤੋਂ ਪਾਰ ਦੀ ਭਾਸ਼ਾ, ਇਹ ਕਥਨ ਆਪਣਾ ਇਸ ਦੇ ਵਿੱਚ ਰਾਈਟ ਆਨਸਰ ਹੋ ਜਾਵੇਗਾ। ਮਤਲਬ ਕਿ ਟੀਚਰ ਕੀ ਕਰ ਰਿਹਾ? ਭਾਸ਼ਾ ਪੜ੍ਹਾ ਰਿਹਾ ਸੀ, ਪਰ ਭਾਸ਼ਾ ਪੜ੍ਹਾਉਂਦੇ ਉਹ ਪਾਠਕ੍ਰਮ ਤੋਂ ਬਾਹਰੀ ਜਿਹੜੀ ਨੌਲੇਜ ਹੈ ਉਹ ਵੀ ਦੇਣ ਦੀ ਕੋਸ਼ਿਸ਼ ਕਰ ਰਿਹਾ ਵਿਦਿਆਰਥੀਆਂ ਨੂੰ। ਤਾਂ ਇਸ ਤਰੀਕੇ ਨਾਲ ਇਸ ਦੇ ਵਿੱਚ ਆਪਣਾ ਜੋ ਥਰਡ ਆਪਸ਼ਨ ਹੈ ਇਹ ਰਾਈਟ ਆਨਸਰ ਹੋ ਜਾਵੇਗਾ। ਪ੍ਰਸ਼ਨ ਨੰਬਰ 3 ਤੁਹਾਡੇ ਸਾਹਮਣੇ ਹੈ ਜੀ। 6ਵੀਂ ਜਮਾਤ ਦਾ ਇੱਕ ਅਧਿਆਪਕ ਸ਼ਬਦਾਵਲੀ ਸਿਖਾਉਣ ਲਈ ਬਹੁਤ ਸਾਰੀਆਂ ਵਸਤਾਂ ਅਤੇ ਸਮਾਨ ਲਿਆਉਂਦਾ ਹੈ। ਇੱਕ ਬੋਲ ਕਾਰਜ ਲਈ ਚਰਚਾ ਕਰਵਾਉਂਦਾ ਹੈ। ਮਤਲਬ ਕਿ ਅਲੱਗ-ਅਲੱਗ ਚੀਜ਼ਾਂ ਜੋ ਉਹਨਾਂ ਨੂੰ ਬੱਚੇ ਦੇਖਣਗੇ, ਸਮਝਣਗੇ, ਠੀਕ ਹੈ, ਤਾਂ ਉਹਨਾਂ ਦੀ ਸ਼ਬਦਾਵਲੀ ਡਿਵੈਲਪ ਹੋਏਗੀ, ਠੀਕ ਹੈ। ਮਤਲਬ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇਗਾ। ਸ਼ਬਦਾਵਲੀ ਸਿਖਾਉਣ ਦੇ ਲਈ ਅਧਿਆਪਕ ਇਹ ਕੰਮ ਕਰ ਰਿਹਾ ਹੈ। ਤਾਂ ਭਾਸ਼ਾ ਦੇ ਅਧਿਆਪਨ ਵਿੱਚ ਇਹਨਾਂ ਵਸਤਾਂ ਨੂੰ ਕੀ ਕਿਹਾ ਜਾਵੇਗਾ? ਕਿ ਇਹਨਾਂ ਨੂੰ ਖਿਡੌਣੇ ਕਹਾਂਗੇ? ਨਹੀਂ, ਖਿਡੌਣੇ ਕਿਉਂ ਕਹਾਂਗੇ? ਉਹ ਖੇਡਣ ਵਾਸਤੇ ਥੋੜੀ ਲੈ ਕੇ ਆ ਰਹੇ ਵੀ ਖੇਡ ਲੈਣਗੇ ਜਵਾਕ, ਨਹੀਂ। ਉਹਨਾਂ ਨੂੰ ਸਿਖਾਉਣ ਲਈ ਅਧਿਆਪਨ ਦੀਆਂ ਵਸਤਾਂ ਨੇ ਉਹ, ਯਾਨੀ ਕਿ ਟੀਚਿੰਗ ਏਡਸ ਨੇ। ਫਸਟ ਆਪਸ਼ਨ ਸਾਡਾ ਇਸ ਦੇ ਵਿੱਚ ਕੀ ਹੋਏਗਾ? ਰਾਈਟ ਆਨਸਰ ਹੋ ਜਾਵੇਗਾ। ਤਾਂ ਸਿੰਪਲ ਉਹ ਕੀ ਨੇ? ਟੀਚਿੰਗ ਏਡਸ ਨੇ, ਠੀਕ ਹੈ। ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਟੀਚਰ ਯੂਜ਼ ਕਰ ਸਕਦਾ ਹੈ, ਠੀਕ ਹੈ। ਉਹਨਾਂ ਤੋਂ ਕੋਈ ਸ਼ਬਦਾਵਲੀ ਸਿਖਾ ਸਕਦਾ, ਕੋਈ ਕਨਸੈਪਟ ਸਿਖਾ ਸਕਦਾ ਹੈ। ਮੈਂ ਇਹਦੀ ਇੱਕ ਉਦਾਹਰਨ ਤੁਹਾਨੂੰ ਦੇਣੀ ਚਾਹਾਂਗਾ, ਮਤਲਬ ਉਹ ਮੈਥ ਦੇ ਪੁਆਇੰਟ ਆਫ ਵਿਊ ਤੋਂ ਸਹੀ ਹੋਏਗੀ। ਮੈਂ ਵੈਸੇ ਐਗਜ਼ਾਮਪਲ ਸੁਣਿਓ ਕੀ ਹੈ, ਮੰਨ ਕੇ ਚੱਲੋ ਅੱਜ ਮੈਥ ਦੇ ਟੀਚਰ ਨੇ ਘਣਾਵ ਦਾ ਕੋਈ ਮਤਲਬ ਕਨਸੈਪਟ ਸਮਝਾਉਣਾ ਵਿਦਿਆਰਥੀਆਂ ਨੂੰ,
ਤਾਂ ਉਹ ਬਾਹਰੋਂ ਇੱਕ ਇੱਟ ਚੱਕ ਲਿਆ, ਅਧਿਆਪਕ ਬਾਹਰੋਂ ਇੱਕ ਇੱਟ ਚੱਕ ਲਿਆ ਕਲਾਸਰੂਮ ਦੇ ਵਿੱਚ ਤੇ ਕਹਿਣ ਲੱਗਿਆ ਦੇਖੋ ਬੱਚੇ ਜਿਹੜੀ ਇਹ ਇੱਟ ਹੈ ਇਹ ਕੀ ਹੈ, ਘਨਾਬ ਦੀ ਸ਼ੇਪ ਦੀ ਹੈ, ਇਹ ਇਸ ਦੀ ਲੰਬਾਈ ਹੈ, ਇਹ ਚੜਾਈ ਹੈ, ਇਹ ਉਚਾਈ ਹੈ, ਇਦਾਂ ਦੱਸਣ ਲੱਗ ਗਿਆ। ਤਾਂ ਉਹ ਕੀ ਹੈ, ਟੀਚਿੰਗ ਏਡਸ ਨੇ, ਯਾਨੀ ਕਿ ਅਧਿਆਪਨ ਵਸਤਾਂ ਨੇ। ਤਾਂ ਇਸ ਦੇ ਵਿੱਚ ਸੈਕੰਡ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 4। ਸ਼੍ਰੀਨਗਰ ਵਿੱਚ ਇੱਕ ਵਿਦਿਆਰਥੀ ਮਲਿਆਲਮ ਭਾਸ਼ਾ ਨੂੰ ਤੀਸਰੀ ਭਾਸ਼ਾ ਵਜੋਂ ਚੁਣਦਾ ਹੈ। ਠੀਕ ਹੈ ਜੀ, ਮੰਨ ਕੇ ਚੱਲੋ ਫੋਰ ਐਗਜ਼ਾਮਪਲ ਕੋਈ ਪੰਜਾਬੀ ਵਿਦਿਆਰਥੀ ਹੈ, ਠੀਕ ਹੈ, ਤਾਂ ਕੋਈ ਮਤਲਬ ਉੱਥੇ ਦਾ ਵਿਦਿਆਰਥੀ ਹੈ, ਕਿਵੇਂ ਲਗਾ ਲਓ, ਠੀਕ ਹੈ, ਉਹਦੀ ਪੰਜਾਬੀ ਹਿੰਦੀ ਦੋ ਭਾਸ਼ਾਵਾਂ ਚੁਣ ਰੱਖੀਆਂ ਨੇ ਉਹਨੇ, ਇੱਕ ਉਹਨੇ ਤੀਸਰੀ ਭਾਸ਼ਾ ਨੂੰ ਚੁਣ ਲਿਆ ਮਲਿਆਲਮ ਨੂੰ, ਠੀਕ ਹੈ, ਤੀਸਰੀ ਭਾਸ਼ਾ ਵਿੱਚ ਚੁਣ ਲਿਆ। ਉਹ ਆਪਣੀ ਕਲਾਸਰੂਮ ਵਿੱਚ ਮਿਲੇ ਮੌਕਿਆਂ ਤੇ ਪਰਸਪਰ ਗੱਲਬਾਤ ਰਾਹੀਂ ਇਸ ਨੂੰ ਬੋਲਣ ਤੇ ਪੜ੍ਹਨ ਦੇ ਕਾਬਲ ਹੋ ਗਿਆ। ਕਿਵੇਂ ਉਸ ਨੂੰ ਮੌਕੇ ਮਿਲੇ, ਉਹਨੂੰ ਉਸ ਤਰ੍ਹਾਂ ਦਾ ਮਾਹੌਲ ਮਿਲ ਗਿਆ, ਠੀਕ ਹੈ, ਤਾਂ ਉਸ ਤਰ੍ਹਾਂ ਦੇ ਮੌਕੇ ਮਿਲੇ, ਮਾਹੌਲ ਮਿਲਿਆ, ਤਾਂ ਪਰਸਪਰ ਗੱਲਬਾਤ ਰਾਹੀਂ ਗੱਲਬਾਤ ਕਰਦਾ ਹੈ, ਉਹਨੂੰ ਮੌਕਾ ਮਿਲਦਾ ਉਸ ਨੂੰ ਵਰਤਣ ਦਾ, ਤਾਂ ਉਹ ਬੋਲਣ ਪੜ੍ਹਨ ਦੇ ਕਾਬਲ ਹੋ ਗਿਆ। ਕੁੱਲ ਮਿਲਾ ਕੇ ਕਹਿ ਸਕਦੇ ਵੀ ਮਲਿਆਲਮ ਭਾਸ਼ਾ ਉਹ ਸਿੱਖ ਗਿਆ। ਤਾਂ ਇਹ ਕੀ ਹੈ, ਇਸ ਨੂੰ ਕੀ ਕਿਹਾ ਜਾਵੇਗਾ, ਤਾਂ ਇਹ ਆਪਾਂ ਨੇ ਦੱਸਣੇਗਾ। ਤਾਂ ਸਿੰਪਲ ਜੀ ਗੱਲ ਹੈ, ਦੇਖੋ ਇਸ ਨੂੰ ਅਸੀਂ ਗ੍ਰਹਿਣ ਕਰਨਾ ਕਹਾਂਗੇ। ਸਭ ਤੋਂ ਬੈਸਟ ਪੁਆਇੰਟ ਅਕੋਰਡਿੰਗ ਟੂ ਮੀ ਕੀ ਹੋਏਗਾ, ਸੈਕੰਡ ਪੁਆਇੰਟ ਹੋਏਗਾ, ਭਾਸ਼ਾ ਨੂੰ ਗ੍ਰਹਿਣ ਕਰਨਾ। ਮਤਲਬ ਕਿ ਕੀ ਹੈ, ਆਪਾਂ ਇੱਕ ਗੱਲ ਪੜ੍ਹੀ ਸੀ ਜਦੋਂ ਆਪਾਂ ਨੇ ਐਕੁਜੀਸ਼ਨ ਤੇ ਲਰਨਿੰਗ ਦਾ ਟੌਪਿਕ ਪੜ੍ਹਿਆ ਸੀ ਥਿਊਰੀ ਵਾਲੀ ਪਲੇਲਿਸਟ ਦੇ ਵਿੱਚ, ਉੱਥੇ ਆਪਾਂ ਨੇ ਗ੍ਰਹਿਣ ਕਰਨਾ ਤੇ ਸਿੱਖਣ ਦੋ ਕਨਸੈਪਟ ਪੜ੍ਹੇ ਸੀ। ਕਿਸੇ ਭਾਸ਼ਾ ਨੂੰ ਗ੍ਰਹਿਣ ਕਰਨਾ ਕੀ ਹੈ ਵੀ ਉਸ ਨੂੰ ਆਪਣੇ ਆਲੇ ਦੁਆਲੇ ਦੇ ਵਿੱਚੋਂ ਸਿੱਖ ਲੈਣਾ। ਐਗਜ਼ਾਮਪਲ ਆਪਾਂ ਨੇ ਕੀ ਦਿੱਤੀ ਸੀ, ਮਾਤ ਭਾਸ਼ਾ ਨੂੰ ਗ੍ਰਹਿਣ ਕੀਤਾ ਜਾਂਦਾ ਹੈ, ਪਰ ਮਾਤ ਭਾਸ਼ਾ ਨੂੰ ਗ੍ਰਹਿਣ ਕੀਤਾ ਜਾਂਦਾ ਹੈ ਕਿਉਂਕਿ ਮਾਤ ਭਾਸ਼ਾ ਦਾ ਮਾਹੌਲ ਮਿਲਿਆ ਹੈ, ਪਰ ਇਹ ਨਹੀਂ ਹੈਗਾ ਵੀ ਹੋਰ ਭਾਸ਼ਾ ਨੂੰ ਆਪਾਂ ਗ੍ਰਹਿਣ ਨਹੀਂ ਕਰ ਸਕਦੇ। ਹੋਰ ਭਾਸ਼ਾ ਨੂੰ ਆਪਾਂ ਗ੍ਰਹਿਣ ਕਰ ਸਕਦੇ ਹਾਂ, ਪਰ ਜ਼ਿਆਦਾਤਰ ਕੇਸਿਸ ਦੇ ਵਿੱਚ ਕੀ ਹੁੰਦਾ, ਆਪਾਂ ਹੋਰ ਭਾਸ਼ਾ ਨੂੰ ਸਿੱਖਦੇ ਹਾਂ, ਮਾਤ ਭਾਸ਼ਾ ਨੂੰ ਗ੍ਰਹਿਣ ਕਰਦੇ ਹਾਂ। ਪਰ ਮੈਂ ਉਸ ਗੱਲ ਧਿਆਨ ਨਾਲ ਵੀ ਮਾਤ ਭਾਸ਼ਾ ਤੋਂ ਬਿਨਾਂ ਬਾਕੀ ਭਾਸ਼ਾ ਨੂੰ ਵੀ ਗ੍ਰਹਿਣ ਕੀਤਾ ਜਾ ਸਕਦਾ ਹੈ, ਪਰ ਕੰਡੀਸ਼ਨ ਕੀ ਹੈ, ਆਪਾਂ ਨੂੰ ਉਸ ਤਰ੍ਹਾਂ ਦਾ ਮਾਹੌਲ ਮਿਲਣਾ ਚਾਹੀਦਾ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹਾਂ ਕਿ ਕੋਈ ਪੰਜਾਬ ਦਾ ਵਿਦਿਆਰਥੀ ਹੈ, ਪੰਜਾਬੀ ਉਹਨੇ ਪਹਿਲੀ ਭਾਸ਼ਾ ਵਜੋਂ ਮਾਤ ਭਾਸ਼ਾ ਵਜੋਂ ਚੁਣ ਰੱਖੀ ਹੈ ਜੋ ਉਸਨੂੰ ਆਉਂਦੀ ਹੈ, ਸੈਕੰਡ ਲੈਂਗੁਏਜ ਵਜੋਂ ਉਹਨੇ ਹਿੰਦੀ ਚੁਣ ਰੱਖੀ ਹੈ, ਤੇ ਥਰਡ ਲੈਂਗੁਏਜ ਵਜੋਂ ਉਹਨੇ ਇੰਗਲਿਸ਼ ਚੁਣ ਲਈ। ਇੰਗਲਿਸ਼ ਦਾ ਉਸਨੂੰ ਵਾਤਾਵਰਨ ਦਿੱਤਾ ਗਿਆ, ਸਕੂਲ ਦੇ ਵਿੱਚ ਵੀ ਹਰ ਟਾਈਮ ਇੰਗਲਿਸ਼ ਬੋਲੀ ਜਾ ਰਹੀ ਹੈ, ਘਰੇ ਆਉਂਦਾ ਹੈ ਘਰੇ ਇੰਗਲਿਸ਼ ਬੋਲੀ ਜਾ ਰਹੀ ਹੈ, ਬਾਜ਼ਾਰ ਦੇ ਵਿੱਚ ਜਾਂਦਾ ਬਾਜ਼ਾਰ ਦੇ ਵਿੱਚ ਇੰਗਲਿਸ਼ ਬੋਲੀ ਜਾ ਰਹੀ ਹੈ, ਜਿੱਥੇ ਦੋਸਤਾਂ ਮਿੱਤਰਾਂ 'ਚ ਜਿੱਥੇ ਵੀ ਬੈਠਦਾ ਇੰਗਲਿਸ਼ ਬੋਲੀ ਜਾ ਰਹੀ ਹੈ। ਭਾਵੇਂ ਤੀਜੀ ਭਾਸ਼ਾ ਹੋ ਫਿਰ ਵੀ ਉਸ ਨੂੰ ਉਹ ਗ੍ਰਹਿਣ ਕਰ ਰਿਹਾ ਹੈ, ਆਲੇ ਦੁਆਲੇ ਤੋਂ ਸ਼ਬਦਾਂ ਨੂੰ ਪਕੜ ਰਿਹਾ ਹੈ। ਤਾਂ ਇਹ ਮਤਲਬ ਮੇਰੀ ਅਕੋਰਡਿੰਗ ਟੂ ਮਾਈ ਨੌਲੇਜ ਐਕਸਪਲੇਨੇਸ਼ਨ ਸੀ, ਤਾਂ ਪਲੀਜ਼ ਸਮਝਣ ਦੀ ਕੋਸ਼ਿਸ਼ ਕਰਿਓ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ, ਪ੍ਰਸ਼ਨ ਨੰਬਰ 5 ਹੈ ਆਪਣੇ ਕੋਲ, ਕਵਿਤਾ ਦੇ ਅਧਿਆਪਨ ਦਾ ਮੁੱਖ ਟੀਚਾ ਕੀ ਹੋ ਸਕਦਾ ਹੈ। ਇਹ ਕੁਐਸਚਨ ਦੇਖੋ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਮਤਲਬ ਕਿ ਕਵਿਤਾ ਦਾ ਅਧਿਐਨ ਕੀਤਾ ਜਾ ਰਿਹਾ ਹੈ, ਯਾਨੀ ਕਿ ਸਟੱਡੀ ਆਫ ਪੋਇਮ, ਯਾਨੀ ਕਿ ਪੋਇਮ ਦੀ ਇੱਕ ਸਟੱਡੀ ਕੀਤੀ ਜਾ ਰਹੀ ਹੈ, ਅਧਿਐਨ ਕੀਤਾ ਜਾ ਰਿਹਾ ਹੈ, ਤਾਂ ਇਸ ਨੂੰ ਕੀ ਕਹਾਂਗੇ, ਤਾਂ ਇਸ ਨੂੰ ਅਸੀਂ ਨੇ ਕੀ ਕਹਿਣਾ ਹੈਗਾ। ਮਤਲਬ ਜਦੋਂ ਆਪਾਂ ਅਧਿਐਨ ਕਰਾਂਗੇ ਤਾਂ ਇਹ ਭਾਸ਼ਾ ਦੀ ਇੱਕ ਤਰੀਕੇ ਨਾਲ ਸਿਖਲਾਈ ਹੀ ਹੋਏਗੀ। ਤਾਂ ਇਹਦੇ ਵਿੱਚੋਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਥਰਡ ਆਪਸ਼ਨ ਹੋਏਗੀ। ਨੈਕਸਟ ਆਪਾਂ ਗੱਲ ਕਰਦੇ ਹਾਂ, ਗ੍ਰਹਿਣਸ਼ੀਲ ਸ਼ਬਦ ਭੰਡਾਰ ਵਿੱਚ ਕੀ ਸ਼ਾਮਲ ਹੁੰਦਾ ਹੈ। ਗੱਲ ਇੱਥੇ ਗ੍ਰਹਿਣ ਕਰਨ ਦੀ ਹੈ, ਗ੍ਰਹਿਣਸ਼ੀਲਤਾ ਦੀ ਹੈ। ਜੋ ਤੁਸੀਂ ਇੱਥੇ ਗ੍ਰਹਿਣ ਕਰਨ ਦੀ ਗੱਲ ਕਰੋਗੇ ਨਾ, ਮੈਂ ਤੁਹਾਡੇ ਨਾਲ ਇੱਕ ਮਤਲਬ ਹੋਰ ਪੁਆਇੰਟ ਸਾਂਝਾ ਕਰਾਂ, ਜੇ ਤੁਸੀਂ ਇੱਥੇ ਗ੍ਰਹਿਣਸ਼ੀਲ ਦੀ ਗੱਲ ਹੈ ਤਾਂ ਤੁਸੀਂ ਉੱਥੇ ਆਪਣੀਆਂ ਉਹ ਦੋ ਜਿਹੜੀਆਂ ਭਾਸ਼ਾ ਕੌਸ਼ਲ ਆਪਾਂ ਨੇ ਸਮਝੀਆਂ ਹੋਈਆਂ ਨੇ ਗ੍ਰਹਿਣ ਕੌਸ਼ਲ, ਉਹਨਾਂ ਨੂੰ ਧਿਆਨ ਦੇ ਕੇ ਰੱਖ ਲਿਓ, ਇਹਦਾ ਆਨਸਰ ਤੁਹਾਨੂੰ ਮਿਲ ਜੂਗਾ। ਠੀਕ ਹੈ, ਤਾਂ ਕੀ ਗੱਲ ਕਰ ਰਹੇ ਨੇ, ਫਸਟ ਆਪਸ਼ਨ ਆਪਾਂ ਸਾਰੀਆਂ ਆਪਸ਼ਨਾਂ ਨੂੰ ਡਿਸਕਸ ਕਰਾਂਗੇ। ਉਹ ਸ਼ਬਦ ਜਿਨ੍ਹਾਂ ਨੂੰ ਅਸੀਂ ਸੁਣਨ ਅਤੇ ਪੜ੍ਹਨ ਸਮੇਂ ਆਪਣੇ ਆਪ ਪਛਾਣ ਲੈਂਦੇ ਹਾਂ। ਗੱਲ ਬਿਲਕੁਲ ਸਹੀ ਹੈ। ਉਹ ਸ਼ਬਦ ਜਿਨ੍ਹਾਂ ਦੀ ਵਰਤੋਂ ਅਸੀਂ ਬੋਲਣ ਅਤੇ ਦੇਖੋ ਬੋਲਣ ਤੇ ਲਿਖਣ, ਇਹ ਤਾਂ ਪ੍ਰਗਟਾ ਕੌਸ਼ਲ ਨੇ, ਗ੍ਰਹਿਣਸ਼ੀਲਤਾ ਨਾਲ ਤਾਂ ਇਹਨਾਂ ਦਾ ਕੋਈ ਸੰਬੰਧ ਹੀ ਨਹੀਂ ਹੋਇਆ ਨਾ, ਤਾਂ ਇਹ ਆਪਸ਼ਨ ਡਾਇਰੈਕਟ ਕੱਟੇਗੀ। ਉਹ ਸ਼ਬਦ ਜਿਨ੍ਹਾਂ ਦਾ ਅਰਥ ਅਸੀਂ ਇੱਕ ਪਾਠ ਨੂੰ ਪੜ੍ਹਨ ਤੋਂ ਪਹਿਲਾਂ ਲੈ, ਪਾਠ ਨੂੰ ਪੜ੍ਹਨ ਤੋਂ ਪਹਿਲਾਂ ਹੀ ਅਰਥ ਜਾਣ ਲਿਆ, ਇਹ ਕੋਈ ਸ਼ਬਦ ਭੰਡਾਰ ਨਾ ਹੋਇਆ ਹਨਾ। ਤੇ ਇਹ ਕੀ ਹੈ, ਉਹ ਸ਼ਬਦ ਜਿਹੜੇ ਅਸਪਸ਼ਟ ਹਨ, ਇਹ ਵੀ ਕੋਈ ਗੱਲ ਨਾ ਬਣੀ। ਤਾਂ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਫਸਟ ਹੈ ਜੀ, ਉਹ ਸ਼ਬਦ ਜਿਨ੍ਹਾਂ ਨੂੰ ਅਸੀਂ ਸੁਣਨ ਅਤੇ ਪੜ੍ਹਨ ਸਮੇਂ ਆਪਣੇ ਆਪ ਪਛਾਣ ਲੈਂਦੇ ਹਾਂ, ਉਹਨੂੰ ਆਪਾਂ ਗ੍ਰਹਿਣਸ਼ੀਲ ਸ਼ਬਦ ਭੰਡਾਰ ਰੱਖਦੇ ਹਾਂ। ਮੈਂ ਤੁਹਾਨੂੰ ਇੱਕ ਇਹਦੀ ਐਗਜ਼ਾਮਪਲ ਦੇਣੀ ਚਾਹਾਂ। ਫੋਰ ਐਗਜ਼ਾਮਪਲ ਤੁਹਾਨੂੰ ਹਿੰਦੀ ਵਧੀਆ ਤਰੀਕੇ ਨਾਲ ਆਉਂਦੀ ਹੈ, ਪੰਜਾਬੀ ਵਧੀਆ ਤਰੀਕੇ ਨਾਲ ਆਉਂਦੀ ਹੈ, ਤੁਸੀਂ ਪੰਜਾਬੀ ਦੀ ਐ ਪੂਰਾ ਪੈਰਾ ਪੜ੍ਹਦੇ ਹੋਏ ਕੋਈ ਕਿਤਾਬ ਪੜ੍ਹ ਰਹੇ ਹੋ, ਕੋਈ ਪੈਰਾ ਪੜ੍ਹ ਰਹੇ ਹੋ, ਪਾਠ ਪੜ੍ਹ ਰਹੇ ਹੋ, ਨਾਲ ਦੀ ਨਾਲ ਪਾਠ ਪੜ੍ਹੀ ਚਲੋ, ਨਾਲ ਦੀ ਨਾਲ ਤੁਹਾਨੂੰ ਉਸ ਦੇ ਅਰਥ ਸਮਝ ਲੱਗੀ ਜਾਣਗੇ, ਕਿਉਂਕਿ ਤੁਹਾਡਾ ਗ੍ਰਹਿਣਸ਼ੀਲ ਸ਼ਬਦ ਭੰਡਾਰ ਹੈ ਉਹ ਬਣਿਆ ਹੋਇਆ। ਪਰ ਹੋ ਸਕਦਾ ਕੋਈ ਇੰਗਲਿਸ਼ ਦੀ ਪੜ੍ਹ ਰਹੇ ਹੋ, ਮਰਾਠੀ ਦੀ ਪੜ੍ਹ ਰਹੇ ਹੋ, ਕੋਈ ਅਲੱਗ ਕਿਸੇ ਵੀ ਲੈਂਗੁਏਜ ਦੀ ਪੜ੍ਹ ਰਹੇ ਹੋ, ਜਿਹਦੀ ਲੈਂਗੁਏਜ ਬਾਰੇ ਤੁਹਾਨੂੰ ਥੋੜੀ ਬਹੁਤ ਨੌਲੇਜ ਹੈ ਪਰ ਉਹਦਾ ਸ਼ਬਦ ਭੰਡਾਰ ਤੁਹਾਡਾ ਤਕੜਾ ਨਹੀਂ ਹੈਗਾ,
ਤੁਹਾਨੂੰ ਇੱਕ ਲਾइन ਨੂੰ पढ़ के उसके अर्थ समझने लिए रुकना पएगा, ਵਿੱਚ ਸਟਾਪ ਲਗਾਉਣਾ ਪਏਗਾ ਜਾਂ ਉਹ ਲਾਈਨ ਨੂੰ ਦੁਬਾਰੇ ਪੜ੍ਹਨਾ ਪਏਗਾ ਉਸ ਦਾ ਅਰਥ ਦੇਖਣ ਦੇ ਲਈ। ਮੈਂ ਇੱਕ ਇਹਦੀ ਐਗਜ਼ਾਮਪਲ ਦਵਾਂ, ਜੇ ਜਦੋਂ ਤੁਸੀਂ ਪੇਪਰ ਦੇ ਵਿੱਚ ਇੰਗਲਿਸ਼ ਦਾ ਪੈਰਾ ਸੋਲਵ ਕਰੋਗੇ ਤਾਂ ਇੱਕ ਲਾਈਨ ਨੂੰ ਤੁਹਾਨੂੰ ਬਾਰ-ਬਾਰ ਪੜ੍ਹਨਾ ਪਏਗਾ ਉਸ ਦਾ ਅਰਥ ਸਮਝਣ ਦੇ ਲਈ। ਠੀਕ ਹੈ, ਮੈਂ ਇਹ ਮੰਨ ਕੇ ਚੱਲ ਰਿਹਾ ਵੀ ਤੁਸੀਂ ਪੰਜਾਬੀ ਨੂੰ ਫਸਟ ਤੇ ਇੰਗਲਿਸ਼ ਨੂੰ ਸੈਕੰਡ ਚੁਣਿਆ ਹੈ, ਤਾਂ ਜੇ ਤੁਸੀਂ ਇੰਗਲਿਸ਼ ਨੂੰ ਸਿਲੈਕਟ ਦੇਖੋਗੇ ਉਸ ਇੰਗਲਿਸ਼ ਦਾ ਪੈਰਾ ਪੜ੍ਹੋਗੇ ਤਾਂ ਬਾਰ-ਬਾਰ ਲਾਈਨ ਪੜ੍ਹਨੀ ਪਏਗੀ। ਜਾਂ ਤੁਸੀਂ ਪੰਜਾਬੀ ਦਾ ਪੈਰਾ ਪੜ੍ਹੋਗੇ ਇੱਕੋ ਵਾਰ ਲਾਈਨ ਪੜ੍ਹ ਲਓਗੇ ਉਹਦੀ ਸਮਝ ਲੱਗ ਜਾਊਗਾ। ਹੋ ਸਕਦਾ ਤੁਹਾਡੇ ਕੇਸ 'ਚ ਇਹ ਵਾਈਸ ਵਰਸਾ ਹੋਵੇ ਹੈ ਨਾ, ਉਲਟ ਹੋਵੇ, ਪਰ ਉਹ ਚੀਜ਼ ਨੂੰ ਮੈਂ ਛੱਡ ਕੇ ਇੱਕ ਵਾਰ ਇਦਾਂ ਐਗਜ਼ਾਮਪਲ ਦਿੱਤੀ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਤਾਂ ਇਸ ਤਰੀਕੇ ਨਾਲ ਆਪਣਾ ਇਸ ਦਾ ਰਾਈਟ ਆਨਸਰ ਆਪਾਂ ਡਿਸਕਸ ਕਰ ਲਿਆਗਾ। ਨੈਕਸਟ ਕੁਐਸਚਨ, ਸਕੂਲੀ ਸਿੱਖਿਆ ਵਿੱਚ ਬਹੁਭਾਸ਼ਾਵਾਦ ਦਾ ਕੀ ਅਰਥ ਹੈ? ਹੁਣ ਤੁਸੀਂ ਦੱਸੋ ਵੀ ਇਹ ਟੌਪਿਕ ਵੀ ਤੁਸੀਂ ਪੇਪਰ ਦੇ ਵਿੱਚ ਛੱਡ ਕੇ ਜਾਂ ਬਿਨਾਂ ਡੀਪ ਦੇ ਵਿੱਚ ਪੜ੍ਹੇ ਵਗ ਜਾਓਗੇ। ਬਹੁਭਾਸ਼ਾਵਾਦ ਜਿਹਦੇ ਵਿੱਚੋਂ ਹਰ ਵਾਰ ਕੁਐਸਚਨ ਬਣਦਾ ਹੈ, ਇਸ ਦਾ ਮਤਲਬ ਕੀ ਹੈ? ਸਕੂਲੀ ਸਿੱਖਿਆ ਵਿੱਚ ਇਸ ਦਾ ਅਰਥ ਕੀ ਹੈ? ਕਈ ਭਾਸ਼ਾਵਾਂ ਦੀ ਸਿਖਲਾਈ। ਅਗਲੀ ਆਪਸ਼ਨ ਪੜ੍ਹ ਲੈਂਦੇ ਹਾਂ, ਅਧਿਐਨ ਅਤੇ ਅਧਿਆਪਨ ਵਿੱਚ ਸਿੱਖਿਆਰਥੀ ਦੀਆਂ ਭਾਸ਼ਾਵਾਂ ਦੀ ਵਰਤੋਂ ਜਾਂ ਫਿਰ ਭਾਸ਼ਾ ਵਿੱਚ ਸਿੱਖਿਆ ਨੀਤੀ। ਇਹ ਤਾਂ ਕੋਈ ਗੱਲ ਨਾ ਹੋਈ, ਭਾਸ਼ਾ ਵਿੱਚ ਸਿੱਖਿਆ ਨੀਤੀ। ਨੈਕਸਟ ਆਪਾਂ ਸਮਝਦੇ ਹਾਂ, ਸਕੂਲ ਵਿੱਚ ਸਿੱਖਿਆਰਥੀ ਦੀਆਂ ਸਾਰੀਆਂ ਭਾਸ਼ਾਵਾਂ ਦਾ ਅਧਿਆਪਨ। ਹੁਣ ਸਾਰੀਆਂ ਭਾਸ਼ਾਵਾਂ ਕਿਹੜੀਆਂ ਪੜ੍ਹਾ ਦਾਂਗੇ ਆਪਾਂ? 22 ਭਾਸ਼ਾਵਾਂ ਨੇ ਜਿਹੜੀਆਂ ਰੀਜਨਲ 22 ਭਾਸ਼ਾਵਾਂ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ, ਕਿਹੜੀਆਂ ਪੜ੍ਹਾ ਦਾਂਗੇ ਆਪਾਂ? ਇਦਾਂ ਨਹੀਂ ਹੁੰਦਾ। ਇਹ ਗੱਲ ਜ਼ਰੂਰ ਹੋ ਸਕਦੀ ਹੈ ਵੀ ਅਧਿਐਨ ਅਤੇ ਅਧਿਆਪਨ ਵਿੱਚ ਸਿੱਖਿਆਰਥੀਆਂ ਦੀ ਭਾਸ਼ਾ ਦੀ ਵਰਤੋਂ ਕਰਨੀ। ਫੋਰ ਐਗਜ਼ਾਮਪਲ ਤੁਹਾਡੀ ਜਮਾਤ ਦੇ ਵਿੱਚ ਵੱਧ ਵੱਧ ਕੀ ਹੋਊਗਾ, 2 ਲੈਂਗੁਏਜ ਵਾਲੇ, 3 ਲੈਂਗੁਏਜ ਵਾਲੇ, 4 ਲੈਂਗੁਏਜ ਵਾਲੇ ਬੱਚੇ ਇਕੱਠੇ ਹੋ ਜਾਣਗੇ, ਤਾਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਅਕੋਰਡਿੰਗ ਸਿਖਲਾਈ ਦੇਣੀ, ਉਹਨਾਂ ਦੀ ਭਾਸ਼ਾਵਾਂ ਦੀ ਹੀ ਵਰਤੋਂ ਕਰਨੀ। ਮੈਨੇ ਚਲੋ ਕੋਈ ਹਰਿਆਣੇ ਦਾ ਉਹਨੂੰ ਥੋੜੀ ਬਹੁਤੀ ਹਿੰਦੀ 'ਚ ਸਮਝਾਤਾ, ਪੰਜਾਬ ਦਾ ਪੰਜਾਬੀ 'ਚ ਸਮਝਾਤਾ, ਕੋਈ ਅਲੱਗ ਸਟੇਟ ਦਾ ਉਹਨੂੰ ਅਲੱਗ ਸਟੇਟ ਵਾਲੇ 'ਚ ਸਮਝਾਤਾ। ਤਾਂ ਵਿਦਿਆਰਥੀਆਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਸਿਖਾਉਣਾ, ਕਿਉਂਕਿ ਅਲੱਗ-ਅਲੱਗ ਬਹੁਭਾਸ਼ਾਵਾਦ ਦਾ ਅਰਥ ਕੀ ਹੈ ਵੀ ਬਹੁਤੀਆਂ ਭਾਸ਼ਾਵਾਂ ਵਾਲੇ ਵਿਦਿਆਰਥੀ ਤੁਹਾਡੀ ਜਮਾਤ 'ਚ ਹੋਣਗੇ, ਤੁਸੀਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੋਗੇ ਅਧਿਐਨ ਅਤੇ ਅਧਿਆਪਨ ਦੇ ਸਮੇਂ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਇਹ ਸੈਕੰਡ ਆਪਸ਼ਨ ਸਾਡਾ ਇਸ 'ਤੇ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 8, ਇੱਕ ਪ੍ਰਮਾਣਿਕ ਪਾਠ ਕੀ ਹੈ? ਯਾਨੀ ਕਿ ਅਥੈਂਟਿਕੇਟ ਲੈਸਨ ਦੱਸਣਾ ਆਪਾਂ ਨੇ ਕੀ ਹੈ, ਪ੍ਰਮਾਣਿਕ ਕਿਹੜਾ ਇਹਨਾਂ ਚੋਂ। ਠੀਕ ਹੈ, ਤਾਂ ਇਸ ਦੀ ਡੈਫੀਨੇਸ਼ਨ ਕੀ ਹੋ ਸਕਦੀ ਹੈ? ਪਾਠ ਪੁਸਤਕ ਲੇਖਕਾਂ ਵੱਲੋਂ ਲਿਖਿਆ ਗਿਆ ਇੱਕ ਪਾਠ। ਜ਼ਰੂਰੀ ਤਾਂ ਨਹੀਂ ਵੀ ਲੇਖਕ ਨੇ ਪਾਠ ਲਿਖਤਾ ਕਿਸੇ ਨੇ ਵੀ ਉਹ ਪ੍ਰਮਾਣਿਕ ਹੀ ਹੋਏਗਾ। ਸੰਦਰਭ ਤੋਂ ਪਾਠ ਦਾ ਇੱਕ ਅਸਲ ਨਮੂਨਾ ਜਾਂ ਫਿਰ ਅਸਲ ਲਿਖਤ ਤੋਂ ਇੱਕ ਮੁਕੰਮਲ ਸੋਧਿਆ ਤੇ ਘੜਿਆ ਹੋਇਆ ਪਾਠ। ਸਿੱਖਿਆਰਥੀ ਵੱਲੋਂ ਆਪਣੇ ਕਾਰਜ ਦੇ ਹਿੱਸੇ ਵਜੋਂ ਕਹਾਣੀ ਅਤੇ ਤਸਵੀਰ ਨੂੰ ਤਿਆਰ ਕਰਨਾ। ਤਾਂ ਇਹਦੇ ਵਿੱਚ ਸਭ ਤੋਂ ਬੈਸਟ ਆਪਸ਼ਨ ਆਪਣੇ ਕੋਲ ਥਰਡ ਹੋਏਗੀ ਜੀ, ਕਿ ਅਸਲ ਲਿਖਤ ਤੋਂ ਮੁਕੰਮਲ ਸੋਧਿਆ ਹੋਇਆ ਤੇ ਘੜਿਆ ਹੋਇਆ ਜਿਹੜਾ ਪਾਠ ਹੈ ਉਹਨੂੰ ਹੀ ਅਸੀਂ ਪ੍ਰਮਾਣਿਕ ਪਾਠ ਆਖਾਂਗੇ। ਠੀਕ ਹੈ, ਕੋਈ ਬੁੱਕ ਹੈ ਉਹਨੂੰ ਆਪਾਂ ਅਥੈਂਟਿਕੇਟ ਕਦੋਂ ਆਖਾਂਗੇ? ਜਦੋਂ ਉਹ ਬੁੱਕ ਕਿਸੇ ਬੋਰਡ ਤੋਂ, ਕਿਸੇ ਐਕਸਪਰਟ ਜੋ ਵਿਦਵਾਨ ਨੇ ਉਹਨਾਂ ਦੁਆਰਾ ਘੜੀ ਗਈ ਹੈ, ਉਹਨਾਂ ਦੁਆਰਾ ਸੋਧੀ ਗਈ ਹੈ। ਕਿਉਂਕਿ ਲਿਖਣ ਦੇ ਹੋਏ ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਸਿੰਪਲ ਜੀ ਗੱਲ ਹੈ, ਫੈਕਟ ਗਲਤ ਹੋ ਜਾਂਦੇ ਨੇ, ਉਹਨਾਂ ਨੂੰ ਸੋਧਿਆ ਜਾਵੇਗਾ ਜਦੋਂ ਉਹ ਫਿਰ ਉਹ ਪ੍ਰਮਾਣਿਕ ਚੀਜ਼ ਬਣੇਗੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਪ੍ਰਸ਼ਨ ਨੰਬਰ 9, ਇੱਕ ਪਾਠ ਪੜ੍ਹਦੇ ਹਾਂ, ਸਿੱਖਿਆਰਥੀ ਨੂੰ ਕੁਝ ਪ੍ਰੇਰਕ ਮਿਲਦੇ ਨੇ। ਠੀਕ ਹੈ ਜੀ, ਜੋ ਅਰਥ ਉਤਪਾਦਨ ਦੀ ਪ੍ਰਕਿਰਿਆ ਵਿੱਚ ਸਹਾਇਕ ਹੁੰਦੇ ਨੇ, ਇਸ ਨੂੰ ਕੀ ਕਿਹਾ ਜਾਵੇਗਾ? ਤਾਂ ਦੇਖੋ ਗੱਲ ਇੱਥੇ ਆ ਗਈ ਵੀ ਜਿਹੜੇ ਪ੍ਰੇਰਕ ਮਿਲੇ ਉਹਨਾਂ ਦੇ ਨਾਲ ਵਿਦਿਆਰਥੀ ਨੇ ਕੀ ਕੀਤਾ? ਅਰਥ ਪੈਦਾ ਕੀਤਾ, ਅਰਥ ਦਾ ਉਤਪਾਦਨ ਕੀਤਾ, ਯਾਨੀ ਕਿ ਸਿਮੈਂਟਿਕ ਐਸਪੈਕਟ ਦੀ ਗੱਲ ਹੈ। ਇੱਕ ਤੁਹਾਨੂੰ ਫੋਨੈਟਿਕ ਐਸਪੈਕਟ ਦੱਸਿਆ ਸੀ ਜੋ ਕਿ ਧੁਨੀ ਨਾਲ ਸੰਬੰਧਿਤ ਹੈ, ਹਨਾ, ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਸੀ ਇਹ। ਤਾਂ ਇੱਥੇ ਸਿਮੈਂਟਿਕ ਐਸਪੈਕਟ ਦੀ ਗੱਲ ਹੈ। ਤਾਂ ਸਿਮੈਂਟਿਕ ਐਸਪੈਕਟ ਮੀਨਸ ਕੀ ਹੈ? ਇਹ ਸਿਮੈਂਟਿਕ ਕਿਊਜ਼ ਹੈ, ਤਾਂ ਸਿੰਪਲ ਜੀ ਗੱਲ ਹੋ ਜਾਏਗੀ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਦੋਸਤੋ ਇਹਦੇ ਵਿੱਚ ਸਾਡੇ ਕੋਲ ਥਰਡ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ। ਨੈਕਸਟ ਮਤਲਬ ਸਿਮੈਂਟਿਕ ਐਸਪੈਕਟ ਅਰਥ ਸਮਝਣ ਨਾਲ ਸੰਬੰਧਿਤ ਹੁੰਦਾ ਹੈ, ਜਿਵੇਂ ਆਪਾਂ ਅਰਥ ਬੋਧ ਕਰਦੇ ਸਮਝੇ ਅਸੀਂ ਪੰਜਾਬੀ 'ਚ, ਉਹ ਚੀਜ਼ ਹੈ ਇਹ। ਠੀਕ ਹੈ ਜੀ, ਤੇ ਨੈਕਸਟ ਆਪਾਂ ਗੱਲ ਕਰਦੇ ਹਾਂ 10ਵਾਂ ਕੁਐਸਚਨ, ਸਿੱਖਿਆਰਥੀ ਲਿਖਾਈ ਦੇ ਕਈ ਪੜਾਵਾਂ ਵਿੱਚੋਂ ਗੁਜ਼ਰਦੇ ਹਨ, ਲਿਖਾਈ ਦੀ ਇਸ ਪਹੁੰਚ ਨੂੰ ਕੀ ਕਿਹਾ ਜਾਵੇਗਾ? ਤਾਂ ਲਿਖਾਈ ਦੀ ਇਸ ਪਹੁੰਚ ਨੂੰ ਕੀ ਕਿਹਾ ਜਾ ਸਕਦਾ ਹੈ ਦੱਸੋ ਜੀ? ਮਤਲਬ ਵੱਖ-ਵੱਖ ਪੜਾਵਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ, ਤਾਂ ਇਹ ਪੂਰੀ ਇੱਕ ਪ੍ਰਕਿਰਿਆ ਹੋਗੀ ਨਾ, ਤਾਂ ਇਹਨੂੰ ਪ੍ਰਕਿਰਿਆਤਮਕ ਪਹੁੰਚ ਆਪਾਂ ਕਹਾਂਗੇ। ਤਾਂ ਸੈਕੰਡ ਆਪਸ਼ਨ ਸਾਡਾ ਇਸ ਤੇ ਰਾਈਟ ਆਨਸਰ ਹੋਏਗਾ। ਤਾਂ ਇਸ ਤਰੀਕੇ ਨਾਲ ਦੋਸਤੋ ਆਪਾਂ ਨੇ 10 ਕੁਐਸਚਨ ਜਿਹੜੇ ਇਹ ਡਿਸਕਸ ਕੀਤੇ ਨੇ। 10 ਦੇ ਵਿੱਚੋਂ ਕਿੰਨੇ ਕੁਐਸਚਨ ਤੁਹਾਡੇ ਸਹੀ ਗਏ ਪਲੀਜ਼ ਮੈਨੂੰ ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਦੱਸਿਓ। ਥੈਂਕ ਯੂ ਸੋ ਮਚ।